ਹੁਣ ਤਾਂ ਜਦੋਂ ਹਵਾ ਚੱਲ ਰਹੀ ਹੁੰਦੀ ਨਾ ਸਰ, ਲੋਕੀ ਛਾਲਾਂ ਮਾਰਦੇ ਆ ਵੀ ਬਹੁਤ ਵਧੀਆ, ਜਦੋਂ ਇਹ ਡਿੱਗਦੇ ਆ ਨਾ ਸਰ, ਫਿਰ ਤਾਸ਼ ਦੇ ਪੱਤੇ ਤਰ੍ਹਾਂ ਡਿੱਗਦੇ ਆ। ਇਹ ਗੂਗਲਸ ਲਾਸ ਇਜ਼ ਮੇਟਾਸ ਗੇਨ। ਦੇਖੋ ਇਨਵੈਸਟਰ ਜਦੋਂ ਇਨਵੈਸਟਮੈਂਟ ਕਰਦਾ ਨਾ, ਫਿਊਚਰ ਨੂੰ ਦੇਖ ਕੇ ਕਰਦਾ। ਇਹ GDP ਦੇ ਨੰਬਰ, ਇਹ ਗਰੋਥ ਕਿੱਥੋਂ ਆ ਰਹੀ ਹੈ? ਮਤਲਬ ਆਲੇ ਦੁਆਲੇ ਜੇ ਅਸੀਂ ਦੇਖੀਏ ਜੀ, ਇਕੱਲੇ ਇਹ ਨਹੀਂ ਮੌਰਗੇਜ ਵਾਲਿਆਂ ਦੀ ਪ੍ਰੋਬਲਮ, ਲੋਕਾਂ ਦੇ ਕੰਮ ਵੀ ਰੁਕੇ ਹੋਏ ਨੇ। 20% ਟੈਨੈਂਟਸ ਆਰ ਨਾਟ ਏਬਲ ਟੂ ਪੇ देयर ਰੈਂਟ। ਸਾਰੀ ਦੁਨੀਆ ਚੋਂ ਕਰਪਸ਼ਨ ਦੀ ਮਨੀ ਆ ਰਹੀ ਹੈ। ਬਾਕੀ ਜਿਹੜੇ ਹੋਰ ਇਲੀਗਲ ਤਰ੍ਹਾਂ ਦੇ ਆਪਰੇਸ਼ਨਸ ਨੇ, ਉਹਨੇ ਐਜੂਕੇਸ਼ਨ ਚੰਗੀ ਲਈ ਹੈ, ਲੇਕਿਨ ਉਹਨੂੰ ਜੌਬ ਕਿੱਥੋਂ ਮਿਲਣੀ ਹੈ? ਔਰ ਜਿਹੜਾ ਪੈਸੇ ਵਾਲਾ ਬਾਹਰੋਂ ਆ ਰਿਹਾ, ਉਹ ਆਂਦੇ ਸਾਰਾ ਆਪਣਾ ਕੋਈ ਬਿਜ਼ਨਸ ਕਰਦਾ ਆ। ਇੱਥੇ ਸਾਡੇ ਪੋਲੀਟੀਸ਼ੀਅਨ ਮਿਸਮੈਨੇਜ ਕਰੀਏ ਇਕੋਨਮੀ ਨੂੰ, ਜਿੱਦਾਂ ਹੁਣ ਹੋ ਰਿਹਾ, ਨਾਲ ਕ੍ਰਾਈਮ ਹੋ ਗਿਆ। ਇਹ ਵੀ ਹੋ ਸਕਦਾ ਅੱਗੇ ਜਾ ਕੇ ਇਹ ਅਟਰੈਕਸ਼ਨ ਵੀ ਘਟ ਜਾਏ। ਲੋਕਾਂ ਕੋਲ ਪੈਸੇ ਬਹੁਤ ਹੈ, ਲੇਕਿਨ ਤੁਸੀਂ ਪੈਸੇ ਨੂੰ ਕੀ ਕਰਨਾ ਹੈ? ਸਿਰ ਜੇ ਤੁਹਾਡਾ ਨਾਲ ਝੁੱਗੀ ਚੌਂਪੜੀਆਂ ਵਾਲੇ ਰਹਿੰਦੇ ਆ, ਉਹ ਕਰ ਲਓ ਆ ਕੇ ਤੁਹਾਡੇ ਘਰ ਤੇ ਅਟੈਕ ਕਰ ਦੇਣ। ਇਹ 2 ਕੈਨੇਡਾ ਬਣ ਰਹੇ ਨੇ, ਇਸ ਕਰਕੇ ਨੰਬਰ ਕਨਫਿਊਜ਼ਿੰਗ ਲੱਗਦੇ ਆ। ਸਭ ਤੋਂ ਵੱਡੀ ਕੰਪਨੀ ਰੀਅਲ ਸਟੇਟ ਕੰਪਨੀ ਐਵਰਗ੍ਰੈਂਡ ਇਜ਼ ਡਿਕਲੇਅਰਿੰਗ ਬੈਂਕਰਪਸੀ, ਔਰ 10 ਸਾਲ ਤੋਂ ਉਹਨਾਂ ਦੇ ਰੀਅਲ ਸਟੇਟ ਦਾ ਮਾੜਾ ਹਾਲ ਹੈ। ਲੀਡਰਸ਼ਿਪ ਦਾ ਵਿਜ਼ਨਰੀ ਉਹ ਹੁੰਦੀ ਜਿਹੜੀ 10 ਸਾਲ ਅੱਗੇ ਦੀ ਸੋਚੇ। 13 ਲੱਖ ਬੰਦਾ ਤੁਸੀਂ ਬੁਲਾਇਆ ਆ, ਉਹ 13 ਲੱਖ ਚੋਂ ਸਾਰੇ ਸਟੂਡੈਂਟ ਤਾਂ ਹੈ ਨਹੀਂ, ਉਹਨਾਂ ਚੋਂ 20% ਬੰਦੇ ਤੇ ਚੰਗੇ ਪੈਸੇ ਵਾਲੇ ਆਏ ਨਾ ਸਰ, ਉਹਨਾਂ ਨੇ ਮਕਾਨ ਤੇ ਲੈਣੇ ਆ। ਆਫਟਰ ਕੋਂਡੋ ਮਾਰਕੀਟ 'ਚ ਇਹ ਹਾਲ ਹੈ ਕਿ ਪ੍ਰੀ ਕੰਸਟਰਕਸ਼ਨ ਕੋਂਡੋ ਵੀ ਨਹੀਂ ਵਿਕ ਰਹੇ, ਜਿਨ੍ਹਾਂ ਨੇ ਲਏ ਆਲਰੇਡੀ ਉਹ ਵੀ ਵੇਚਣਾ ਚਾਹੁੰਦੇ ਆ, ਔਰ ਘੱਟ ਪ੍ਰਾਈਸ 'ਤੇ ਵੀ ਨਹੀਂ ਵਿਕ ਰਹੇ ਹੈਗੇ। ETF 'ਚ ਮੈਂ ਦੱਸ ਦਿਆਂ ਸਰ, it's not going to make you money in long run. Shopify has done very well in last year and looks like it's gonna continue to do good. Do not invest only in one sector. Diversify करके रखो। Tesla कंपनी ਦਾ ਸ਼ੇਅਰ last month has gone down 26%. Apple ਕੰਪਨੀ ਦਾ ਸ਼ੇਅਰ ਡਾਊਨ ਹੈਗਾ ਆ। ਸੋ ਤੁਸੀਂ ਆਪਣੇ ਵੱਲੋਂ ਬਹੁਤ ਵਧੀਆ ਟੈਕਨੋਲੋਜੀ ਦੇ ਸ਼ੇਅਰ ਲਏ ਹੋਏ ਆ, ਲੇਕਿਨ ਜੇ ਉਹਨੂੰ ਐਕਚੁਅਲੀ ਮੈਨੇਜ ਨਹੀਂ ਕੀਤਾ ਜਾਂਦਾ, then you may not make a big amount of money. ਮਾਰਕੀਟ ਬਾਰੇ ਅਸੀਂ ਗੱਲਬਾਤ ਕਰਾਂਗੇ ਸੁਰਿੰਦਰਪਾਲ ਜੀ ਨਾਲ। ਗੁੱਡ ਮਾਰਨਿੰਗ। ਸਤਿ ਸ਼੍ਰੀ ਅਕਾਲ, ਨਮਸਕਾਰ ਰੋਦਾਬ ਜੀ। ਮਾਰਕੀਟ ਦੀ ਅੱਜ ਕੀ ਕਹਿ ਰਹੀ ਹੈ? ਮਾਰਕੀਟ ਦੀ ਨਬਜ਼ ਤੇ ਤੁਸੀਂ ਹੱਥ ਰੱਖਦੇ ਹੋ? ਮਾਰਕੀਟ ਉਹ ਛਾਲਾਂ ਮਾਰ ਰਹੀ ਹੈ ਸਰ। ਅੱਛਾ। ਮਾਰਕੀਟ ਤਾਂ ਸੋਚ ਰਹੀ ਹੈ ਵੀ ਪਤਾ ਨਹੀਂ ਕੱਲ ਚੜ੍ਹਨੀ ਕਿ ਨਹੀਂ ਚੜ੍ਹਨੀ। ਮਾਰਕੀਟ ਤਾਂ ਜ਼ਬਰਦਸਤ ਉਛਾਲਾਂ ਮਾਰ ਰਹੀ ਹੈ, ਖਾਸ ਤੌਰ 'ਤੇ US ਦੀ ਮਾਰਕੀਟ ਬੀਇੰਗ ਅਰਨਿੰਗ ਵੀਕ। ਇਸ ਵੀਕ ਕਾਫੀ ਵੱਡੀਆਂ ਕੰਪਨੀ ਦੀ ਅਰਨਿੰਗ ਆਉਣੀ ਸੀ, ਖਾਸ ਤੌਰ 'ਤੇ ਤੁਸੀਂ ਦੇਖੋ ਗੂਗਲ ਦੀ ਪੇਰੈਂਟ ਕੰਪਨੀ ਅਲਫਾਬੈਟ ਹੈ, ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ ਹੈ, ਐਮਾਜ਼ੋਨ ਹੈ, ਹੋਰ ਦੂਜੀਆਂ ਵੱਡੀਆਂ। ਤਾਂ ਮੈਂ ਤੁਹਾਨੂੰ 3 ਵੱਡੀਆਂ ਐਪਲ ਹੈ, ਐਪਲ ਦੀ ਵੀ ਅਰਨਿੰਗ ਕੱਲ੍ਹ ਆਈ ਹੈ। ਹੋਰ ਫਾਰਮਾਸਿਊਟੀਕਲ ਕੰਪਨੀ ਚਾਹੇ ਬ੍ਰਿਸਟਲ ਮਾਇਰ ਹੈ, ਮਰਕ ਹੈ, ਫਾਈਜ਼ਰ ਹੈ, ਅਤੇ ਇਹਨਾਂ ਸਾਰੀਆਂ ਕੰਪਨੀ ਦੀ ਜਿਹੜੀ ਅਰਨਿੰਗ ਹੈ ਸਰ, ਇਹ ਦੱਸ ਰਹੀ ਹੈ ਕਿ ਅੱਛੀ ਕਾਰਗੁਜ਼ਾਰੀ, ਐਕਸੈਪਟ 1 or 2 ਕੰਪਨੀ। ਗੂਗਲ ਕੋਲ ਥੋੜਾ ਐਡ ਰੈਵਨਿਊ ਲਾਸ ਹੋਇਆ, ਬਟ ਪੀਪਲ ਸੇ ਗੂਗਲਸ ਲਾਸ ਇਜ਼ ਮੇਟਾਸ ਗੇਨ। ਮੈਟਾ ਨੇ ਕੱਲ੍ਹ ਆਫਟਰ ਆਵਰ ਜਿਹੜੀ ਅਰਨਿੰਗ ਪੇਸ਼ ਕੀਤੀ ਹੈ, ਹਾਲੇ ਅੱਜ ਖੁੱਲ੍ਹੇਗਾ ਸ਼ੇਅਰ। 17% ਸਰ ਉਮੀਦ ਹੈ ਕਿ ਅੱਜ ਸਵੇਰੇ ਉਸ ਕੰਪਨੀ ਦਾ ਸ਼ੇਅਰ ਉੱਠੇਗਾ। ਮਤਲਬ ਦੈਟ ਟੈਲਸ ਯੂ ਕਿ ਇਹ ਕੰਪਨੀ ਤੁਸੀਂ ਦੇਖੋ, ਮੈਨੂੰ ਪਤਾ $550 ਦਾ ਸ਼ੇਅਰ ਹੁੰਦਾ ਸੀ ਅਤੇ $100-125 ਤੇ ਆ ਗਿਆ ਸੀ ਜੀ। ਪਿਛਲੇ ਸਾਲ ਇਸ ਕੰਪਨੀ ਨੇ ਆਪਣੀ ਜਿਹੜੀ ਹੈ ਕਲੀਨਿੰਗ ਸ਼ੁਰੂ ਕੀਤੀ, ਬਹੁਤ ਸਾਰੇ ਲੋਕਾਂ ਨੂੰ ਲੇ ਆਫ ਦਿੱਤੀ। ਪਲੱਸ ਦਿਸ ਕੰਪਨੀ ਇਨਵੈਸਟਡ ਹੈਵੀਲੀ ਇਨਟੂ ਆਰਟੀਫਿਸ਼ੀਅਲ ਇੰਟੈਲੀਜੈਂਸ। ਜਿਹੜਾ ਇਹਨਾਂ ਦਾ ਐਡ ਰੈਵਨਿਊ ਹੈ ਬਿਕਾਜ਼ ਆਫ ਦ ਆਰਟੀਫਿਸ਼ੀਅਲ ਇੰਟੈਲੀਜੈਂਸ। ਸੋ ਦੈਟ ਟੈਲਸ ਯੂ ਕਿ ਜਦੋਂ ਕੰਪਨੀ ਤੁਸੀਂ ਇਸ ਤਰ੍ਹਾਂ ਟੈਕਨੋਲੋਜੀ 'ਚ ਇਨਵੈਸਟ ਕਰਦੇ ਹੈ, ਡੈਫੀਨੇਟਲੀ ਪੇਜ਼ ਯੂ ਆਫ। ਔਰ ਇਸੇ ਕਰਕੇ ਇਹ ਕੰਪਨੀ ਜਿਹੜੀ ਹੈ ਦੁਬਾਰਾ ਤੁਸੀਂ ਕਹਿ ਲਓ ਹੁਣ ਇੱਕ $1 trillion ਦੀ ਕੰਪਨੀ ਹੈ, ਔਰ ਇਨਫੈਕਟ ਪਹਿਲੀ ਵਾਰੀ ਹੈ ਇਹ ਕੰਪਨੀ ਜਿਹੜੀ ਹੈ ਕਿ ਡਿਵੀਡੈਂਡ ਪੇ ਕਰੇਗੀ। ਅਮੂਮਨ ਜਿਹੜੀਆਂ ਟੈਕਨੋਲੋਜੀ ਦੀ ਕੰਪਨੀ ਹੈ ਜੀ, ਇਹਨਾਂ ਡਿਵੀਡੈਂਡ ਨਹੀਂ ਪੇ ਕਰਦੀਆਂ। ਆਮ ਤੌਰ 'ਤੇ ਜੇ ਡਿਵੀਡੈਂਡ ਤੁਸੀਂ ਲੈਣਾ ਤਾਂ ਆਇਲ ਦੀ ਕੰਪਨੀਆਂ, ਇਸ ਹਫ਼ਤੇ ਆਇਲ ਦੀਆਂ ਵੀ ਕੰਪਨੀਆਂ, ਖਾਸ ਤੌਰ 'ਤੇ ਸ਼ੈਵਰੋਨ ਐਂਡ ਐਕਸਨ ਮੋਬਿਲ, ਉਹਨਾਂ ਨੇ ਵੀ ਕੁਆਟਰਲੀ ਅਰਨਿੰਗ ਕਾਫੀ ਅੱਛੀ ਪੇਸ਼ ਕੀਤੀ ਆ, ਰੋਬਸਟ ਪ੍ਰੋਫਿਟ ਪੇਸ਼ ਕੀਤੇ ਆ, ਲੇਕਿਨ ਉਹਨਾਂ ਦੇ ਸ਼ੇਅਰ 'ਚ ਕੋਈ ਇੰਨਾ ਉਛਾਲ ਨਹੀਂ ਹੈ, ਕਿਉਂਕਿ ਇਸ ਕਰਕੇ ਨਹੀਂ ਹੈ ਕਿ ਉਹਨਾਂ ਕੰਪਨੀ ਦੇ ਜਿਹੜੇ ਹੈ ਖਰਚੇ ਜਿਹੜੇ ਆ ਉਹ ਵਧੇ ਆ। ਪਲੱਸ ਜਿਹੜਾ ਹੈ ਦੇਖੋ ਇਨਵੈਸਟਰ ਜਦੋਂ ਇਨਵੈਸਟਮੈਂਟ ਕਰਦਾ ਨਾ, ਫਿਊਚਰ ਨੂੰ ਦੇਖ ਕੇ ਕਰਦਾ, ਉਹ ਅੱਜ ਨਹੀਂ ਦੇਖ ਕੇ ਕਰਦਾ। ਅੱਜ ਤੋਂ 6 ਮਹੀਨੇ ਬਾਅਦ, ਸਾਲ ਬਾਅਦ, 2 ਸਾਲ ਬਾਅਦ ਕੀ ਹੋਣਾ ਆ। ਅਤੇ ਇਹ ਚੀਜ਼ ਜੇ ਤੁਸੀਂ ਦੇਖਦੇ ਆ, ਸੋ ਦੈਟ ਟੈਲਸ ਯੂ ਕਿ US ਦੇ ਅੰਦਰ, ਇਨਫੈਕਟ US ਦੇ ਜਿਹੜੇ ਇਕਾਨਮੀ ਦੇ ਨੰਬਰ ਆਏ ਆ 4th ਕੁਆਰਟਰ ਦੇ ਅੰਦਰ, ਇਕਾਨਮੀ ਉਹਨਾਂ ਦੀ ਗਰੋ ਕੀਤੀ ਹੈ ਸਰ। ਅਤੇ ਉੱਥੇ ਤਾਂ ਕੋਈ ਵੀ ਤੁਸੀਂ ਕਹਿ ਲਓ ਨਾ ਤਾਂ ਸੌਫਟ ਲੈਂਡਿੰਗ ਵਾਲੇ ਹਾਲ ਹੈ, ਨਾ ਰਿਸੈਸ਼ਨ ਵਾਲੇ ਹਾਲ ਹੈ। ਕੈਨੇਡਾ ਦੇ ਵੀ ਜਿਹੜੇ GDP ਦੇ ਨੰਬਰਸ ਆਏ ਆ, those numbers are also pretty good. ਨਵੰਬਰ 'ਚ ਹਾਲੇ ਨਵੰਬਰ ਦੇ GDP ਦੇ ਨੰਬਰਸ ਆਏ ਆ, 0.2% ਇਕਾਨਮੀ ਸਾਡੀ ਗਰੋ ਕੀਤੀ ਆ। ਬੈਂਕ ਆਫ ਕੈਨੇਡਾ ਇਹ ਮੰਨਦਾ ਸੀ ਕਿ ਨਵੰਬਰ 'ਚ 0% ਹੋਏਗੀ। ਸੋ ਬੈਟਰ ਦੈਨ ਬੈਂਕ ਆਫ ਕੈਨੇਡਾਜ਼ ਐਕਸਪੈਕਟੇਸ਼ਨ। ਪਲੱਸ ਜਿਸ ਹਿਸਾਬ ਨਾਲ ਇਹ ਮੋਮੈਂਟਮ ਚੱਲ ਰਿਹਾ,
ਇਸ ਤਰ੍ਹਾਂ ਲੱਗਦਾ ਨਹੀਂ ਹੈ ਕਿ ਦਸੰਬਰ ਦੇ ਅੰਦਰ ਇਕਾਨਮੀ ਕੋਈ ਸ਼ਰਿੰਕ ਕਰੇਗੀ ਤੇ ਉਸ ਹਿਸਾਬ ਨਾਲ ਫੋਰਥ ਕੁਆਟਰ ਦੇ ਅੰਦਰ ਇਕਾਨਮੀ ਵਿਲ ਨਾਟ ਸ਼ਰਿੰਕ। ਸੋ ਬੇਸ਼ੱਕ ਥਰਡ ਕੁਆਟਰ 'ਚ ਕੈਨੇਡੀਅਨ ਇਕਾਨਮੀ ਸ਼ਰਿੰਕ ਕੀਤੀ ਸੀਗੀ ਤੇ ਫੋਰਥ ਕੁਆਟਰ 'ਚ ਸ਼ਰਿੰਕ ਨਹੀਂ ਕਰਦੀ, ਦੈਟ ਮੀਨਸ ਵੀ ਆਰ ਨਾਟ ਇਨ ਰਿਸੈਸ਼ਨ। ਸੋ ਇਟਸ ਅ ਸੌਫਟ ਲੈਂਡਿੰਗ ਸਿਚੁਏਸ਼ਨ। ਪਰ ਇਹ ਉਸ ਕੰਜ਼ਿਊਮਰ ਲਈ, ਆਮ ਆਦਮੀ ਲਈ ਜਿਨ੍ਹਾਂ ਕੋਲ ਵੇਰੀਏਬਲ ਰੇਟ ਤੇ ਮੌਰਗੇਜ ਹੈ, ਉਹਨਾਂ ਲਈ ਮਾੜੀ ਖਬਰ ਹੈ ਕਿ ਜਿਹੜੇ ਲੋਕ ਇਸ ਝਾਕ ਸੀਗੇ ਵੀ ਸ਼ਾਇਦ ਇਹ ਮਾਰਚ ਅਪ੍ਰੈਲ 'ਚ ਇੰਟਰਸਟ ਰੇਟ ਡਿੱਗਣੇ ਸ਼ੁਰੂ ਹੋ ਜਾਣਗੇ, ਇਸ ਤਰ੍ਹਾਂ ਲੱਗਦਾ ਸਰ ਜੂਨ ਜੁਲਾਈ 'ਚ ਜਾ ਕੇ ਸ਼ੁਰੂ ਹੋਣਗੇ। ਮਤਲਬ ਉਮੀਦ ਜਿਹੜੀ ਹੈ ਉਹ ਲੇਟ ਹੋ ਗਈ ਸਰ। ਪਰ ਉਹ ਵੀ ਤਾਂ ਜੇ ਅਗਲੇ ਨੰਬਰ ਇਕੋਨਮੀ ਦੇ ਕੁਛ ਜਾਂ ਅਗਲੇ ਨੰਬਰਸ ਜਿਹੜੇ ਹੈ ਇਨਫਲੇਸ਼ਨ, ਮੇਨ ਇੰਪੋਰਟੈਂਟ ਪਾਰਟ ਇਜ਼ ਇਨਫਲੇਸ਼ਨ। ਆਈ ਥਿੰਕ ਐਜ਼ ਫਾਰ ਐਜ਼ ਦੀ ਜੇ ਤੁਸੀਂ ਕਹਿ ਲਓ ਕਿ ਅਨਐਮਪਲੋਇਮੈਂਟ ਰੇਟ ਜਿਹੜਾ ਹੈ ਉਹ ਸਟੱਡੀ ਜਾਏਗਾ, ਆਲਮੋਸਟ 5.8% ਹੈਗਾ ਆ। ਔਰ ਜੇ GDP ਤੁਹਾਡੀ ਮਤਲਬ ਐਕਸਪੈਂਡ ਹੋ ਰਹੀ ਹੈ, ਸੋ ਡੋਂਟ ਐਕਸਪੈਕਟ ਕਿ ਅਨਐਮਪਲੋਇਮੈਂਟ ਨੰਬਰ ਜਿਹੜਾ ਹੈ ਉਹ ਥੱਲੇ ਜਾਊਗਾ। ਮੇਨ ਨੰਬਰ ਜਿਹੜਾ ਹੈ ਇਨਫਲੇਸ਼ਨ ਦਾ, ਬਿਕਾਜ਼ ਆਫ ਦਾ ਰੈੱਡ ਸੀ ਦੇ ਅੰਦਰ ਜਿਹੜੀ ਸਪਲਾਈ ਚੇਨ ਡਿਸਟਰਪਸ਼ਨ ਹੈ ਉਹਦੇ ਕਰਕੇ ਇਨਫਲੇਸ਼ਨ ਨਾ ਥੋੜ੍ਹੀ ਜਿਹੀ ਹਾਈ ਹੋ ਜਾਏ, ਦੈਟ ਕੈਨ ਡੈਂਪਨ ਦ ਸਪਿਰਿਟ ਆਫ ਲੋਅਰਿੰਗ ਦ ਇੰਟਰਸਟ ਰੇਟ। ਲੇਕਿਨ ਤੁਹਾਨੂੰ ਪਤਾ ਕਿ ਇਹ ਚੀਜ਼ ਜਿਹੜੀਆਂ ਹੈ ਇਮੋਸ਼ਨਸ ਪਰ ਜਿਵੇਂ ਹੁਣ GDP ਦੇ ਨੰਬਰ ਨੇ ਜੀ, ਇਹ GDP ਦੇ ਨੰਬਰ, ਇਹ ਗਰੋਥ ਕਿੱਥੋਂ ਆ ਰਹੀ ਹੈ? ਮਤਲਬ ਆਲੇ ਦੁਆਲੇ ਜੇ ਅਸੀਂ ਦੇਖੀਏ ਜੀ, ਇਕੱਲੇ ਇਹ ਨਹੀਂ ਮੌਰਗੇਜ ਵਾਲਿਆਂ ਦੀ ਪ੍ਰੋਬਲਮ, ਲੋਕਾਂ ਦੇ ਕੰਮ ਵੀ ਰੁਕੇ ਹੋਏ ਨੇ। ਸਰ ਤੁਸੀਂ ਇਸ ਹਫਤੇ ਟੋਰਾਂਟੋ ਸਟਾਰ 'ਚ ਇੱਕ ਨਿਊਜ਼ ਸੀਗੀ, ਮੇਨ ਹੈਡਲਾਈਨ ਨਿਊਜ਼ ਸੀ, CMHC ਦੀ ਰਿਪੋਰਟ ਹੈ 1 in 5 tenants are behind in paying their rents in 2023। ਮਤਲਬ 20% ਲੋਕ ਇੱਕ ਗਵਰਨਮੈਂਟ ਦੇ ਆંકੜੇ ਕਹਿ ਰਹੇ ਆ, ਪ੍ਰਾਈਵੇਟ ਤੇ ਇਸ ਤੋਂ ਜ਼ਿਆਦਾ ਹੋਣਗੇ, ਕਿ ਬਈ ਆਪਣਾ ਰੈਂਟ ਨਹੀਂ ਪੇ, ਉਹ ਪਿੱਛੇ ਹੈਗੇ ਰੈਂਟ ਪੇ ਕਰਨ 'ਚ। ਤੇ ਜੇ ਟੈਨੈਂਟਸ ਨਹੀਂ ਰੈਂਟ ਪੇ ਕਰ ਰਹੇ ਤੇ ਮਕਾਨ ਮਾਲਕ ਕਿੱਥੋਂ ਤੁਹਾਡੀਆਂ ਜਿਹੜੀਆਂ ਮੌਰਗੇਜਾਂ ਉਹ ਵਿਚਾਰੇ ਪੇ ਕਰ ਰਹੇ ਹੋਣਗੇ? ਕਦੋਂ ਤੱਕ ਜਦੋਂ ਇਹ ਝਟਕਾ ਉਹ ਸਹਿਣਗੇ? ਸੋ ਇਹਦੇ ਅੰਦਰ ਕਨਫਲਿਕਟਿੰਗ ਨਿਊਜ਼ ਹੈਗੀਆਂ। ਮਤਲਬ ਜੇ ਮਤਲਬ ਸਮਝ ਨਹੀਂ ਆਉਂਦਾ ਕਿ ਕੀ ਹੈ ਐਕਚੁਅਲੀ। ਕਈ ਵਾਰ ਤਾਂ ਹੁਣ ਇਸੇ ਕਰਕੇ ਅਸੀਂ ਦੇਖ ਰਹੇ ਕਿ ਮੇਰੇ ਕੋਲ ਜਿਹੜੇ ਕਮੈਂਟ ਵੀ ਆਉਂਦੇ ਨੇ, ਬੜੀ ਵਾਰ ਅੱਜ ਕੱਲ੍ਹ ਇਹ ਕਮੈਂਟ ਆਉਂਦੇ ਨੇ ਵੀ ਇਹ ਨੰਬਰਸ ਕਿੱਥੋਂ ਆ ਰਿਹਾ। ਜੀ ਜੀ ਜੀ, ਦੇਖੋ ਸਰ ਇਹ ਬੇਸਿਕਲੀ ਦਾ ਟੂ ਡਿਫਰੈਂਟ ਇਕੋਨਮੀਜ਼। ਜਿਸ ਤਰ੍ਹਾਂ ਦੇਖੋ ਅਸੀਂ ਇੰਡੀਆ ਤੋਂ ਆਏ ਆ, ਵੀ ਯੂਜ਼ਡ ਟੂ ਸੇ ਦਾ ਟੂ ਡਿਫਰੈਂਟ ਇੰਡੀਅਨਸ, ਦਾ ਟੂ ਡਿਫਰੈਂਟ ਇੰਡੀਆਸ। ਇੱਕ ਇੰਡੀਆ ਜਿਹੜਾ ਹੈ ਅੰਬਾਨੀ ਅਡਾਨੀ, ਹਾਂ, ਜਿਹੜੇ ਕਿ 17 ਫਲੋਰ ਦੇ ਘਰ 'ਚ ਰਹਿੰਦਾ ਆ, ਯੂ ਨੋ, ਜਾਂ ਇੱਕ ਬੰਦਾ ਇਹੋ ਜਿਹਾ ਵੀ ਹੈ ਜਿਹਦੇ ਕੋਲ ਵਿਚਾਰੇ ਕੋਲ 5000 ਰੁਪਏ ਵੀ ਨਹੀਂ ਉਹਨੂੰ ਮਿਲਦੇ। ਸੋ ਇਟਸ ਟੂ ਡਿਫਰੈਂਟ ਥਿੰਗ। ਇਟਸ ਦ ਸੇਮ ਥਿੰਗ ਹੈਪਨਿੰਗ ਇਨ ਕੈਨੇਡਾ ਆਲਸੋ। ਕੈਨੇਡਾ ਦੇ ਅੰਦਰ ਬਹੁਤ ਸਾਰੇ ਲੋਕ, ਜਿਸ ਤਰ੍ਹਾਂ ਦੱਸਿਆ ਵੀ 20% ਟੈਨੈਂਟਸ ਆਰ ਨਾਟ ਏਬਲ ਟੂ ਪੇ ਦੇਅਰ ਰੈਂਟ, ਦੇ ਆਰ ਬਿਹਾਈਂਡ ਇਨ ਪੇਇੰਗ ਰੈਂਟ। ਤੇ ਇਸ ਤਰ੍ਹਾਂ ਦੇ ਲੋਕ ਵੀ ਹੈ। ਔਰ ਦੂਜੇ ਪਾਸੇ ਜੇ ਤੁਸੀਂ ਗੱਲ ਕਰੋਗੇ ਜਿਹੜੇ ਅੱਜ ਵੀ ਮਤਲਬ ਕੋਈ ਪ੍ਰਾਪਰਟੀ ਵਿਕ ਰਹੀ ਹੈ, ਮਲਟੀਪਲ ਮਤਲਬ ਉਹ ਆਫਰਸ ਦੇ ਕੇ ਲੈ ਜਾਣਗੇ ਸਰ। ਯੈਸ, not only properties, you talk about anything, they influence the decision making bodies also. So ਇਹ ਚੀਜ਼ is not a healthy sign, is not good thing for the democracy also. ਔਰ ਇਹ ਚੀਜ਼ ਜਿਹੜਾ ਹੈ ਇਹ ਗਲੋਬਲ, ਅਮਰੀਕਾ 'ਚ ਵੀ ਇੱਦਾਂ ਹੀ ਹੈ। ਕੋਈ ਨਹੀਂ ਕਿ ਅਮਰੀਕਾ 'ਚ ਹਾਲਾਤ ਬਹੁਤ ਵਧੀਆ ਨੇ। ਸਾਰੀ ਦੁਨੀਆ 'ਚੋਂ ਕਰਪਸ਼ਨ ਦੀ ਮਨੀ ਆ ਰਹੀ ਹੈ ਜੀ, ਤੇ ਬਾਕੀ ਜਿਹੜੇ ਹੋਰ ਇਲੀਗਲ ਤਰ੍ਹਾਂ ਦੇ ਆਪਰੇਸ਼ਨਸ ਨੇ ਜੀ, ਇਹ ਵੀ ਕੁਝ ਕੰਟਰੀਬਿਊਟ ਕਰ ਰਹੀ ਹੈ ਸਾਰੀ ਸਿਚੁਏਸ਼ਨ 'ਚ। ਇਹ ਨਹੀਂ ਮੈਂ ਕਹਾਂਗਾ ਕਿ ਕਰਪਸ਼ਨ ਦੀ ਮਨੀ ਆ ਰਹੀ ਹੈ ਸਰ। ਹਾਲਾਂਕਿ ਦੇ ਆਰ ਦੀ ਫਿਨਟਰੈਕ ਹੈ ਜਾਂ ਹੋਰ ਦੂਸਰੀਆਂ ਬੋਡੀਜ਼ ਹੈਗੀਆਂ ਨੇ ਮਨੀ ਲਾਂਡਰਿੰਗ ਬਾਰੇ ਜਿਹੜੀਆਂ ਕਿ ਦੇਖਦੀਆਂ ਨੇ। ਲੇਕਿਨ ਸ਼ਮੀਲ ਜੀ ਇੱਥੇ ਇਹ ਆ ਪ੍ਰੋਬਲਮ ਕਿ ਤੁਸੀਂ ਮੈਂ ਦੇਖੋ ਤੁਹਾਡੇ ਬੱਚੇ ਵੀ ਟੀਨਏਜਰ ਹੋਣੇ, ਵੱਡੇ ਬੱਚੇ ਆ, ਅਤੇ ਇਹਨਾਂ ਬੱਚਿਆਂ ਨੂੰ ਜ਼ਿਆਦਾ ਦਿੱਕਤ ਆਉਣੀ ਆ ਕਿਉਂਕਿ ਜਿੰਨੇ ਵੀ ਲੋਕ ਨੇ ਆਲ ਓਵਰ ਦਾ ਵਰਲਡ, ਚਾਹੇ ਮਿਡਲ ਈਸਟ ਤੋਂ, ਕੱਲ੍ਹ ਆਈ ਮੈਟ ਅ ਪਰਸਨ ਜਿਹੜੇ ਕਿ ਦੁਬਈ ਤੋਂ ਮੂਵ ਹੋਏ ਆ। ਹੀ ਹੈਜ਼ ਬੀਨ ਲਿਵਿੰਗ ਇਨ ਦੁਬਈ ਫॉर 30 years, ਦੈਨ ਹੀ ਮੂਵ ਡਾਊਨ ਹੀਅਰ। IT ਸੈਕਟਰ ਦੇ ਬੰਦੇ ਆ। ਅਤੇ ਮੈਂ ਪੁੱਛਿਆ ਵੀ ਵਾਈ ਡਿਡ ਯੂ ਮੂਵ? ਉਹ ਕਹਿੰਦੇ ਜੀ ਅਸੀਂ 30 ਸਾਲ ਰਹਿ ਕੇ ਵੀ ਸਾਨੂੰ ਸੈਂਸ ਆਫ ਬਿਲੋਂਗਿੰਗਨੈਸ ਨਹੀਂ ਹੈ। ਵਨ ਥਿੰਗ ਗੁੱਡ ਇਨ ਦਿਸ ਕੰਟਰੀ ਇਜ਼ ਇਟ ਟੇਕਸ ਯੂ ਵਿਦ ਓਪਨ ਹਾਰਟ। ਮਲਟੀਕਲਚਰਲਿਜ਼ਮ ਤੁਹਾਨੂੰ ਅਪਣਾ ਲੈਂਦਾ ਆ। ਮਤਲਬ ਤੁਹਾਨੂੰ ਇੱਥੇ ਆਪਣੀ ਸੈਂਸ ਆਫ ਬਿਲੋਂਗਿੰਗਨੈਸ ਲੱਗਦੀ ਹੈ। ਚਾਹੇ ਕੋਈ ਮਿਡਲ ਈਸਟ ਹੈ, ਚਾਹੇ ਕੋਈ ਡਿਵੈਲਪਿੰਗ ਕੰਟਰੀ ਹੈ, ਮਤਲਬ ਅਫਰੀਕਾ ਹੈ, ਉੱਥੋਂ ਪੈਸੇ ਵਾਲੇ ਆ ਰਹੇ ਆ, ਆਮ ਬੰਦਾ ਨਹੀਂ ਆ ਰਿਹਾ ਉੱਥੋਂ ਦੀ। ਪੈਸੇ ਵਾਲੇ ਆ ਰਹੇ ਨੇ, ਉਹ ਸਾਰੇ ਪੈਸੇ ਵਾਲੇ ਆ ਰਹੇ ਆ। ਉਹ ਜਿਹੜੇ ਪੈਸੇ ਵਾਲੇ ਬੰਦੇ ਆ ਰਹੇ ਆ ਸਰ, ਉਹ ਇੱਥੋਂ ਦੇ ਇੱਕ ਆਮ ਨਾਗਰਿਕ ਲਈ ਬਹੁਤ ਵੱਡੀ ਪ੍ਰੋਬਲਮ ਹੈ। ਜਿਹੜਾ ਬੱਚਾ ਤੁਸੀਂ ਇੱਥੋਂ ਪੜ੍ਹ ਕੇ ਨਿਕਲਿਆ ਆ, ਉਸ ਬੱਚੇ ਨੂੰ ਉਹਨੇ ਐਜੂਕੇਸ਼ਨ ਚੰਗੀ ਲਈ ਹੈ, ਲੇਕਿਨ ਉਹਨੂੰ ਜੋਬ ਕਿੱਥੋਂ ਮਿਲਣੀ ਹੈ? ਔਰ ਜਿਹੜਾ ਪੈਸੇ ਵਾਲਾ ਬਾਹਰੋਂ ਆ ਰਿਹਾ, ਉਹ ਆਉਂਦੇ ਸਾਰ ਆਪਣਾ ਕੋਈ ਬਿਜ਼ਨਸ ਕਰਦਾ ਆ, ਕੋਈ ਹੋਰ ਇਨਵੈਸਟਮੈਂਟਸ ਕਰਦਾ ਹੈ ਸਰ। ਅਤੇ ਇੱਥੋਂ ਦਾ ਬੱਚਾ ਜਿਹੜਾ ਇੱਕ ਐਵਰੇਜ ਕੈਨੇਡੀਅਨ ਡਰੀਮ ਸੀਗਾ, ਨਾਰਥ ਅਮੈਰੀਕਨ ਡਰੀਮ ਸੀ ਵੀ ਮੈਂ, ਪਰ ਹੌਲੀ ਹੌਲੀ ਇਹ ਵੀ ਤਾਂ ਹੋਏਗਾ ਨਾ। ਫਿਰ ਜਿਵੇਂ ਕੁਦਰਤ ਦਾ ਇੱਕ ਸਿਸਟਮ ਹੁੰਦਾ, ਜਦੋਂ ਇੰਨੇ ਜ਼ਿਆਦਾ ਆਈ ਗਏ ਇੱਥੇ ਸਾਡੇ ਪੋਲੀਟੀਸ਼ੀਅਨ ਮਿਸਮੈਨੇਜ ਕਰੀ ਗਏ ਇਕੋਨਮੀ ਨੂੰ, ਜਿੱਦਾਂ ਹੁਣ ਹੋ ਰਿਹਾ, ਨਾਲ ਕ੍ਰਾਈਮ ਹੋ ਗਿਆ,
ਇਹ ਵੀ ਹੋ ਸਕਦਾ ਅੱਗੇ ਜਾ ਕੇ ਇਹ ਅਟਰੈਕਸ਼ਨ ਵੀ ਘਟ ਜਾਏ। ਮੈਂ ਮੰਨਦਾ ਇੱਥੇ ਡਿਟੀਰੀਓਰੇਟ ਸਿਚੁਏਸ਼ਨ ਹੋ ਰਹੀ ਹੈ। ਦੀ ਅਦਰ ਐਸਪੈਕਟਸ ਆਲਸੋ ਤੁਸੀਂ ਹੋਰ ਵੀ ਜਗ੍ਹਾ ਦੇਖੋ, ਕਈ ਜਗ੍ਹਾ ਤੇ ਕਮਿਊਨਲ ਟੈਂਸ਼ਨਸ ਇੰਨੀਆਂ ਵੱਧ ਰਹੀਆਂ ਕਿਸੇ ਕੰਟਰੀਜ਼ ਦੇ ਅੰਦਰ। ਲੋਕਾਂ ਕੋਲ ਪੈਸੇ ਬਹੁਤ ਹੈ, ਲੇਕਿਨ ਤੁਸੀਂ ਪੈਸੇ ਨੂੰ ਕੀ ਕਰਨਾ ਹੈ? ਸਿਰ ਜੇ ਤੁਹਾਡਾ ਨਾਲ ਝੁੱਗੀ ਝੌਂਪੜੀਆਂ ਵਾਲੇ ਰਹਿੰਦੇ ਆ, ਉਹ ਕਰ ਲਓ ਆ ਕੇ ਤੁਹਾਡੇ ਘਰ 'ਤੇ ਅਟੈਕ ਕਰ ਦੇਣ, ਤੁਸੀਂ ਕੀ ਕਰ ਲਓਗੇ ਸਰ? ਜਾਂ ਕੋਈ ਹੋਰ ਹੇਟਡ ਫੀਲਿੰਗ ਹੈਗੀ ਹੈ ਟੂਵਰਡਸ ਏ ਕਮਿਊਨਿਟੀ ਟੂ ਬੀ ਕਮਿਊਨਿਟੀ, ਉਹ ਕੀ ਕਰਨਾ ਸਰ ਉਹ ਪੈਸਾ? ਹਾਂ, ਇਸ ਕਰਕੇ ਹੋ ਹੀ ਰਿਹਾ, ਇਹ ਤਾਂ ਦੁਨੀਆ ਭਰ 'ਚ ਹੋ ਰਿਹਾ ਹੈ। ਜਾਂ ਇਸੇ ਕਰਕੇ ਸਰ ਲੋਕ ਜਿਹੜੇ ਆ, ਕੈਨੇਡਾ ਇਜ਼ ਆਲਸੋ ਬੈਨੀਫਿਟਿੰਗ। ਤੁਸੀਂ ਤੁਹਾਨੂੰ ਪਤਾ ਟਰੰਪ ਸਾਹਿਬ ਨੇ ਜਿਹੜੀ ਕਾਫੀ ਰਿਸਟ੍ਰਿਕਸ਼ਨਸ ਲਾਤੀਆਂ ਸੀ, ਬੇਸ਼ੱਕ ਬਾਈਡਨ ਐਡਮਿਨਿਸਟ੍ਰੇਸ਼ਨ ਆਈ ਆ, ਇਹਨਾਂ ਨੇ ਵੀ ਉਹ ਰਿਸਟ੍ਰਿਕਸ਼ਨਸ ਨਹੀਂ ਹਟਾਈਆਂ। ਕਰੀਬ ਪਤਾ ਨਹੀਂ ਕਿੰਨੇ ਮੁਸਲਿਮ ਕੰਟਰੀਜ਼ ਤੋਂ ਉਹਨਾਂ ਨੇ ਇਮੀਗ੍ਰੇਸ਼ਨ ਬੰਦ ਕਰਤੀ ਸੀ। ਸੈਕੰਡ ਜਿਹੜਾ ਹੈ ਉਹ H1B ਵੀਜ਼ਾ ਜਿਹੜਾ ਹੈ ਉਹ ਰਿਸਟ੍ਰਿਕਟ ਕਰਤਾ ਸੀ। ਥਰਡ ਜਿਹੜਾ ਕੰਪਿਊਟਰ ਦੀ ਕੰਪਨੀਆਂ ਲਈ ਇਹ ਮੈਂਡੇਟਰੀ ਕਰਤਾ ਸੀ ਵੀ ਤੁਸੀਂ 1.5 ਲੱਖ ਤੋਂ ਉੱਤੇ ਜੇ ਕੋਈ ਇਨਕਮ ਕਿਸੇ ਦੀ ਹੋਵੇ ਤਾਂ ਤੁਸੀਂ ਬਾਹਰੋਂ ਫੋਰਨ ਵਰਕਰ ਬੁਲਾ ਸਕਦੇ ਆ। ਉਹ ਤਿੰਨਾਂ ਚੀਜ਼ਾਂ ਦਾ ਬੈਨੀਫਿਟ ਕੈਨੇਡਾ ਨੂੰ ਹੋਇਆ ਸਰ। ਕੈਨੇਡਾ ਦੇ ਅੰਦਰ ਤੁਸੀਂ ਦੇਖੋ ਅਮਰੀਕਨ ਕੰਪਨੀਆਂ ਨੇ, IT ਕੰਪਨੀਆਂ ਨੇ ਆਪਣੇ ਇੱਥੇ ਹੱਬ ਬਣਾ ਲਏ ਆ। ਇੱਥੋਂ ਚੀਪ ਲੇਬਰ ਮਿਲਦੀ ਹੈ, ਬਾਹਰੋਂ ਲਿਆਉਂਦੇ ਆ ਬੰਦੇ, ਇੱਥੇ ਰੱਖਦੇ ਆ। ਇੱਥੇ 50-60 ਹਜ਼ਾਰ 80 ਹਜ਼ਾਰ ਉਹਨੂੰ ਇਨਕਮ ਦੇਣੀ ਆ, ਉੱਥੇ 1.5 ਲੱਖ ਅਮਰੀਕਨ ਦੇਣੀ ਸੀਗੀ। ਉੱਥੇ ਉਹਨੂੰ ਪਤਾ ਨਹੀਂ ਗ੍ਰੀਨ ਕਾਰਡ ਮਿਲਣਾ ਕਿ ਨਹੀਂ ਮਿਲਣਾ, ਉਹਦੇ ਕੋਲ ਮੈਡੀਕਲ ਇੰਸ਼ੋਰੈਂਸ ਹੈਗੀ ਕਿ ਨਹੀਂ ਹੈਗੀ। ਸੋ ਕੈਨੇਡਾ ਖਾਸ ਤੌਰ 'ਤੇ ਟੋਰਾਂਟੋ ਹੈਜ਼ ਬੈਨੀਫਿਟਡ ਅ ਲੋਟ ਫਰੋਮ ਦੈਟ। ਪਲੱਸ ਜਿਸ ਤਰ੍ਹਾਂ ਕਈ ਐਂਟੀ ਮੁਸਲਿਮ ਉਹਨਾਂ ਦੀ ਪਾਲਿਸੀ ਹੁੰਦੀ ਸੀਗੀ। ਮੁਸਲਿਮ ਕੰਟਰੀਜ਼ ਅੱਛੇ ਲੋਕ ਰਹਿੰਦੇ ਆ, ਜਿਹੜੇ ਅਮੀਰ ਲੋਕ ਹੈ ਉਹਨਾਂ ਨੂੰ ਨਾਰਥ ਅਮਰੀਕਨ ਡ੍ਰੀਮ ਚਾਹੀਦਾ, ਦੇ ਪ੍ਰੈਫਰ ਕੈਨੇਡਾ। ਸੋ ਇਹ ਕੈਨੇਡਾ ਇਜ਼ ਬੈਨੀਫਿਟਿੰਗ ਫਰੋਮ ਦੋਜ਼ ਐਸਪੈਕਟਸ ਆਲਸੋ, ਲੇਕਿਨ ਐਟ ਦ ਸੇਮ ਟਾਈਮ ਇਜ਼ ਅ ਕੋਲੈਟਰਲ ਡੈਮੇਜ ਕਿ ਜਿਹੜਾ ਆਮ ਆਦਮੀ ਹੈ, ਜਿਹੜੇ ਇੱਥੋਂ ਦੇ ਬੱਚੇ ਪੜ੍ਹ ਰਹੇ ਆ, ਜਿਹੜੇ ਤੁਸੀਂ ਕਹਿੰਦੇ ਵੀ ਇੱਥੇ ਜਿਹੜੀ ਨੌਕਰੀ ਨਹੀਂ ਮਿਲ ਰਹੀ, ਉਹ ਕੋਲੈਟਰਲ ਡੈਮੇਜ ਆ, ਉਹ ਵੀ ਹੋ ਰਿਹਾ ਸਰ। ਵਿੱਚੋਂ ਅਸੀਂ ਲੰਘ ਰਹੇ ਹਾਂ ਅਸਲ ਵਿੱਚ ਬੜੀ ਵੱਡੀ ਟ੍ਰਾਂਜੀਸ਼ਨ Yes, we are ਪਤਾ going ਨਹੀਂ ਹੁਣ through ਇਹ ਟ੍ਰਾਂਜੀਸ਼ਨ ਕਿਸ ਪਾਸੇ ਨੂੰ ਲੈ ਕੇ ਜਾਏਗੀ। ਚੈਲੰਜਸ ਨੇ ਤੇ ਇਸ ਗੱਲ ਤਾਂ ਚੱਲੀ ਸੀ ਕਿ ਨੰਬਰਸ ਕਨਫਿਊਜ਼ ਕਰਦੇ ਨੇ ਜੀ ਕਿ ਕੌਣ ਮਤਲਬ ਜਦੋਂ ਲੋਕਾਂ ਨੂੰ ਇਹ ਹੋਇਆ ਕਿ ਅਸੀਂ ਬੈਂਕਰਪਟਸੀ ਸਾਨੂੰ ਕਰਨੀ ਪੈਣੀ, ਇੱਕ ਸੈਕਸ਼ਨ ਨੂੰ ਇਹ ਮਹਿਸੂਸ ਹੋ ਰਿਹਾ ਜੀ, ਤੇ ਦੂਜੇ ਇਸ ਮੌਕੇ ਵੀ ਆਪਣੇ ਕਾਰੋਬਾਰ ਐਕਸਪੈਂਡ ਕਰ ਰਹੇ ਨੇ। ਸੋ ਇਹ ਜਿਹੜੀ ਇਹ ਦੋ ਤੁਸੀਂ ਜਿਹੜੀ ਗੱਲ ਕੀਤੀ ਸੀ, ਦੋ ਕੈਨੇਡਾ ਬਣ ਰਹੇ ਨੇ, ਇਸ ਕਰਕੇ ਨੰਬਰ ਕਨਫਿਊਜ਼ਿੰਗ ਲੱਗਦੇ ਆ, GDP ਦੇ ਨੰਬਰਸ ਤੇ ਹੋਰ ਨੰਬਰਸ। ਬਿਲਕੁਲ ਸਰ। ਈਵਨ ਚਾਈਨਾ ਦੇ ਅੰਦਰ ਤੁਸੀਂ ਦੇਖੋ, ਚਾਈਨਾ ਆਈ ਫੋਰਗਾਟ ਟੂ ਮੈਂਸ਼ਨ ਕਿ ਇਟਸ ਅ 4th ਸਟ੍ਰੇਟ ਕੰਸੈਕਟਿਵ ਮੰਥ ਕਿ ਚਾਈਨੀਜ਼ ਇਕੋਨਮੀ ਘਟ ਰਹੀ ਹੈ, ਸ਼ਰਿੰਕ ਕਰ ਰਹੀ ਹੈ। ਉਹ ਚਾਈਨਾ ਦੇਖੋ ਸੈਕੰਡ ਲਾਰਜੈਸਟ ਇਕੋਨਮੀ ਵਰਲਡ ਦੀ ਹੈਗੀ ਆ। ਚਾਈਨਾ ਵਰਗਾ ਕੰਟਰੀ ਜਿਹੜਾ ਕਿ 2 ਦਹਾਕਿਆਂ ਤੋਂ ਵੱਧ ਡਬਲ ਡਿਜਿਟ ਗਰੋਥ ਹੁੰਦੀ ਰਹੀ ਹੈ ਹੁਣ ਇਸ ਸਾਲ, ਹਾਲਾਂਕਿ ਫਿਰ ਵੀ ਗਰੋ ਕਰ ਰਹੀ ਹੈ, 4.5% ਗਰੋ ਕਰ ਰਹੀ ਹੈ। ਸਭ ਤੋਂ ਵੱਡੀ ਕੰਪਨੀ ਰੀਅਲ ਸਟੇਟ ਕੰਪਨੀ ਐਵਰਗ੍ਰੈਂਡ ਇਜ਼ ਡਿਕਲੇਅਰਿੰਗ ਬੈਂਕਰਪਸੀ, ਔਰ 10 ਸਾਲ ਤੋਂ ਉਹਨਾਂ ਦੇ ਰੀਅਲ ਸਟੇਟ ਦਾ ਮਾੜਾ ਹਾਲ ਹੈ। ਇੱਥੇ ਵੀ ਇਹੀ ਜੇ ਰੀਅਲ ਸਟੇਟ ਦਾ 2 ਸਾਲ ਤੋਂ ਮਾੜਾ ਹਾਲ ਹੈ। ਜਦ ਤੱਕ ਰੀਅਲ ਸਟੇਟ ਤੁਹਾਡੀ ਠੀਕ ਨਹੀਂ ਹੁੰਦੀ ਨਾ ਸਰ, ਆਮ ਕੰਜ਼ਿਊਮਰ ਦੀ ਜਿਹੜੀ ਥਿੰਕਿੰਗ ਹੈ, ਐਟੀਟਿਊਡ ਹੈ, ਉਹ ਇੰਨਾ ਪੋਜ਼ਿਟਿਵ ਨਹੀਂ ਹੋਣਾ। ਲੇਕਿਨ ਜਿਸ ਤਰ੍ਹਾਂ ਅੰਨ੍ਹੇਵਾਹ 10 ਵਾਰੀ ਇੰਟਰਸਟ ਰੇਟ ਵਧੇ ਹੈ ਨਾ ਸਰ, ਉਹਦਾ ਕਾਮਨ ਹਾਊਸ ਹੋਲਡ 'ਤੇ ਬਹੁਤ ਵੱਡਾ ਕੈਨੇਡਾ 'ਚ ਜ਼ਿਆਦਾ ਅਸਰ ਹੈ, ਅਮਰੀਕਾ 'ਚ ਘੱਟ ਹੈ, ਕਿਉਂਕਿ ਉਹਨਾਂ ਕੋਲ 30 ਈਅਰ ਫਿਕਸ ਮੌਰਗੇਜਸ ਨੇ। ਇੱਥੇ 5 ਸਾਲ ਦੀ ਮੈਕਸਿਮਮ ਫਿਕਸ ਮੌਰਗੇਜ ਹੁੰਦੀ ਹੈ। ਸਾਡੀਆਂ ਪਾਲਿਸੀ 'ਚ ਬਹੁਤ ਕੁਝ ਠੀਕ ਕਰਨ ਵਾਲਾ ਅਸਲ 'ਚ ਲੈਵਲ ਦਾ ਵਿਜ਼ਨਰੀ ਲੀਡਰਸ਼ਿਪ ਦੀ ਸਾਨੂੰ ਬੜੀ ਕਮੀ ਮਹਿਸੂਸ ਹੁੰਦੀ। ਜਿਹੜੇ ਲੀਡਰਸ਼ਿਪ ਦਾ ਵਿਜ਼ਨਰੀ ਉਹ ਹੁੰਦੀ ਜਿਹੜੀ 10 ਸਾਲ ਅੱਗੇ ਦੀ ਸੋਚੇ। ਹੁਣ ਤੇ ਇਲੈਕਸ਼ਨ ਤੱਕ ਦੀ ਸੋਚਦੇ ਨੇ। ਲੀਡਰਸ਼ਿਪ ਕੋਲ ਹੈ ਹੀ ਮਾਈਨੋਰਿਟੀ ਗਵਰਨਮੈਂਟ ਹੈ। ਮਾਈਨੋਰਿਟੀ ਗਵਰਨਮੈਂਟ ਨੂੰ ਇਹ ਪਤਾ ਨਹੀਂ ਕੱਲ੍ਹ ਸਰਕਾਰ ਡਿੱਗ ਜਾਣੀ ਹੈ। So they are being, you could say, blackmailed by the other opposition parties, ਜਿਨ੍ਹਾਂ ਨੇ ਆਪਣਾ ਏਜੰਡਾ ਲਾਗੂ ਕਰਾਉਣਾ, ਔਰ ਉਹਨਾਂ ਦੀ ਆਪਣੀ ਅਕਾਊਂਟੇਬਿਲਿਟੀ ਹੈ ਨਹੀਂ ਕਿਉਂਕਿ they are not in power. So this is what happens when the minority government is in power. ਔਰ ਤੁਸੀਂ ਇੰਡੀਆ ਵੀ ਦੇਖਿਆ ਹੋਣਾ ਜਦੋਂ ਖਿਚੜੀ ਸਰਕਾਰ ਬਣਦੀ ਸੀ। ਹੁਣ ਬੇਸ਼ੱਕ ਸਰਵਾਈਵਲ ਦੀ ਲੜਾਈ ਲੜਦੀਆਂ ਮਾਈਨੋਰਿਟੀ ਗਵਰਨਮੈਂਟ ਤੇ, ਉਹਨਾਂ ਨੂੰ ਤੇ ਕੋਈ ਬੜਾ ਮੁਸ਼ਕਿਲ ਹੁੰਦਾ। ਯੈਸ, ਦਿਸ ਇਜ਼ ਦੀ ਮੇਨ ਕਾਜ਼। ਔਰ ਦੂਜੇ ਪਾਸੇ ਫਿਰ ਤੁਸੀਂ ਇੱਕ ਵਾਰੀ ਕੋਈ ਸਟਰੋਂਗ ਤੁਸੀਂ ਇੱਕ ਲੈ ਆਉਂਦੇ ਆ, ਇਹ ਵੀ ਨਾ ਹੋਏ ਕਿ ਉਹ ਕੱਲ੍ਹ ਨੂੰ ਡਿਕਟੇਟਰਸ਼ਿਪ ਹੀ ਬਣ ਜਾਏ, ਉਹ ਵੀ ਤੁਹਾਨੂੰ ਜਿਹੜੀ ਹੈ ਨੁਕਸਾਨ ਦਿੰਦੀ ਹੈ। ਉਹ ਵੀ ਦੁਨੀਆ ਭਰ 'ਚ ਖਤਰਾ ਇਸ ਵੇਲੇ ਬਣਿਆ ਹੋਇਆ। ਜੀ ਸਰ। ਜੇ ਮੈਂ ਹੁਣ ਸਵਾਲ ਵੀ ਦੇਖਾਂ, ਸਭ ਨੂੰ ਇਹ ਰਹਿੰਦਾ ਕਿ ਹੁਣ ਫਿਰ ਇਹਦੇ 'ਚ ਇਕੋਨਮੀ ਸੌਫਟ ਲੈਂਡਿੰਗ ਦੀ ਗੱਲ ਤੁਸੀਂ ਕਰ ਰਹੇ ਹੋ ਜੀ, ਜਿਹੜੀ ਹਾਊਸਿੰਗ ਮਾਰਕੀਟ ਇਹ ਕਿਸ ਪਾਸੇ ਨੂੰ ਜਾਏਗੀ? ਦੇਖੋ ਜਦ ਤੱਕ ਇੰਟਰਸਟ ਰੇਟ ਨਹੀਂ ਡਿੱਗਣੇ ਸ਼ੁਰੂ ਹੁੰਦੇ, ਇਟ ਵਿਲ ਸਟੇ ਸਟੈਂਡ ਸਟਿਲ। ਹਾਊਸਿੰਗ ਦੀ ਤੁਸੀਂ ਅੱਜ ਅੱਛਾ, ਇਹਦੇ 'ਚ ਵੀ ਫਿਰ ਕੰਟਰਡਿਕਸ਼ਨ ਹੈ। ਇੱਕ ਪਾਸੇ ਤਾਂ ਸਾਨੂੰ ਇਹ ਹਾਲ ਲੱਗਦੀ ਹੈ, ਦੂਜੇ ਪਾਸੇ ਹੁਣ ਕੋਈ ਘਰ ਸੇਲ 'ਤੇ ਲਾ ਲਓ, ਉੱਥੇ ਮਲਟੀਪਲ ਬਿਡਿੰਗ ਵਾਲਾ ਕੰਮ ਸ਼ੁਰੂ ਹੋ ਜਾਂਦਾ। ਜਿਹੜੇ ਛੋਟੇ ਮਕਾਨ ਹੈ ਸਰ, ਹਾਂਜੀ ਛੋਟੇ ਮਕਾਨ ਹੈ। ਦੇਖੋ ਸਰ, ਜਿਹੜਾ ਹੁਣ 13 ਲੱਖ ਬੰਦਾ ਤੁਸੀਂ ਬੁਲਾਇਆ ਆ, ਉਹ 13 ਲੱਖ 'ਚੋਂ ਸਾਰੇ ਸਟੂਡੈਂਟ ਤਾਂ ਹੈ ਨਹੀਂ।
4-5 ਲੱਖ ਬੰਦੇ ਜਿਹੜੇ ਆਏ ਆ ਬਾਹਰੋਂ, ਚਲੋ 5 ਲੱਖ ਚੋਂ ਪੈਸਾ ਲੈ ਕੇ ਆਏ ਨਾਲ। ਹਾਂ 5 ਲੱਖ ਚੋਂ ਚਲੋ ਐਟਲੀਸਟ 1 ਲੱਖ ਬੰਦਾ ਤਾਂ ਪੈਸਾ ਹੀ ਲੈ ਕੇ ਆਇਆ ਨਾ। ਚਲੋ ਬਾਕੀ ਤਾਂ ਕੋਈ ਚਲੋ ਇੱਧਰ ਉੱਧਰ ਪੈਸੇ ਫੜ ਕੇ ਆ ਗਏ, ਆਪਣਾ ਜੋ ਵੀ ਉਹਨਾਂ ਨੂੰ ਰਿਕੁਆਇਰਮੈਂਟ ਸੀ 10,000 ਦੀ GIC ਇੱਧਰੋਂ ਲੈ ਲਈ ਉੱਧਰੋਂ ਲੈ ਲਈ। ਕਰੀਬ ਉਹਨਾਂ 'ਚੋਂ 20% ਬੰਦੇ ਤਾਂ ਚੰਗੇ ਪੈਸੇ ਵਾਲੇ ਆਏ ਨਾ ਸਰ। ਉਹ ਜਿਹੜੇ ਚੰਗੇ ਪੈਸੇ ਵਾਲੇ ਆਏ ਸਰ, ਉਹਨਾਂ ਨੇ ਮਕਾਨ ਤਾਂ ਲੈਣੇ ਆ ਆਫਟਰ ਆਲ, ਉਹ ਕਿੱਥੇ ਲੈਣਗੇ ਮਕਾਨ ਸਰ? ਕੀ ਇੰਨੀ ਸਪਲਾਈ ਹੈ ਨਹੀਂ? ਜੇ ਤੁਸੀਂ CMSE ਦਾ ਡਾਟਾ ਪੜ੍ਹੋ 15 years ਜਿਹੜੀ ਲੋ ਹੈਗੀ ਆ ਹਾਊਸ ਕੰਸਟਰਕਸ਼ਨ ਸਟਾਰਟਅਪਸ, ਔਰ ਇਸ ਟਾਈਮ ਕੋਂਡੋ ਮਾਰਕੀਟ 'ਚ ਇਹ ਹਾਲ ਆ ਕਿ ਪ੍ਰੀ ਕੰਸਟਰਕਸ਼ਨ ਕੋਂਡੋ ਵੀ ਨਹੀਂ ਵਿਕ ਰਹੇ, ਜਿਨ੍ਹਾਂ ਨੇ ਲਏ ਆਲਰੇਡੀ ਉਹ ਵੀ ਵੇਚਣਾ ਚਾਹੁੰਦੇ ਆ ਔਰ ਘੱਟ ਪ੍ਰਾਈਸ 'ਤੇ ਵੀ ਨਹੀਂ ਵਿਕ ਰਹੇ ਹੈਗੇ। ਸੋ ਦੇਰ ਇਜ਼ ਅ ਡਿਫਰੈਂਟ ਸਿਚੁਏਸ਼ਨ ਇਨ ਦੈਟ ਕਾਈਂਡ ਆਫ ਰੀਅਲ ਸਟੇਟ ਮਾਰਕੀਟ ਸਰ। ਕਾਫੀ ਕਨਫਿਊਜ਼ਿੰਗ ਹੈ ਸਿਚੁਏਸ਼ਨ, ਪੈਰਲਲ ਚੱਲ ਰਿਹਾ ਕਈ ਕੁਛ। ਸਰ ਇੱਕ ਕਨਫਿਊਜ਼ਨ ਨਾ ਹੋਏ ਤਾਂ ਫਿਰ ਸਾਡੇ ਵਰਗੇ ਬੰਦੇ ਦੀ ਲੋੜ ਹੀ ਨਹੀਂ ਹੋਣੀ। ਨਹੀਂ, ਕਈ ਸਾਡੀ ਗੱਲ ਸੁਣ ਕੇ ਕਈ ਕਹਿੰਦੇ ਨੇ ਅਸੀਂ ਹੋਰ ਕਨਫਿਊਜ਼ ਹੋ ਗਏ। ਜਿਸ ਤਰ੍ਹਾਂ ਤੁਸੀਂ ਹੁਣ ਬੰਦਾ ਨਵਾਂ ਆਉਂਦਾ, ਉਹਨੂੰ ਵਿਚਾਰ ਨੂੰ ਹੁੰਦਾ ਵੀ ਘਰ ਲੈਣਾ, ਕਿਹੜੀ ਜਗ੍ਹਾ ਲੈਣਾ? ਤੁਸੀਂ ਬਰੈਂਪਟਨ ਲੈਣਾ, ਤੁਸੀਂ ਮਾਲਟਨ ਲੈਣਾ, ਮਿਸਾਗਾ ਲੈਣਾ, ਤੁਸੀਂ ਮਿਲਟਨ ਲੈਣਾ, ਹੈਮਿਲਟਨ ਲੈਣਾ, ਕਿੱਥੇ ਲੈਣਾ? ਇਹ ਵੀ ਬੜਾ ਵੱਡਾ ਸਰ ਆਮ ਆਦਮੀ ਨੂੰ ਕਨਫਿਊਜ਼ਨ ਹੋਇਆ ਤਾਂ ਜ਼ਿੰਦਗੀ ਆਪਣੇ ਨਵੇਂ ਸਿਰੇ ਤੋਂ ਸ਼ੁਰੂ ਕਰਦੇ ਹਾਂ। So these kind of confusions are there, but they are help available. There's all kind of financial help available, whether ਇੱਥੇ ਤੇ ਗੌਰਮੈਂਟ ਦੇ ਸੈਟਲਮੈਂਟ ਵਰਕਰਸ ਹੈਗੇ ਜੀ, ਸਰਕਾਰੀ ਏਜੰਸੀਜ਼ ਨੇ, ਗੌਰਮੈਂਟ ਆਫ ਕੈਨੇਡਾ ਨੇ ਸੈਟਲਮੈਂਟ ਵਰਕਰਸ ਰੱਖੇ ਹੋਏ। ਕੋਈ ਨਵਾਂ ਬੰਦਾ ਆਉਂਦਾ, ਉਹਨੂੰ ਕਿਸ ਤਰ੍ਹਾਂ ਦੀ ਲੋੜ ਪੈਂਦੀ ਆ। ਐਂਡ ਆਈ ਵਾਜ਼ ਰੀਅਲੀ ਸਰਪ੍ਰਾਈਜ਼। ਮੇਰੇ ਕੋਲ ਇੱਕ ਸਟੂਡੈਂਟ ਆਈ, ਸਾਡੇ ਘਰ ਰਹਿੰਦੀ ਹੈ ਲੜਕੀ, ਸ਼ੀ ਸਟੱਡੀਜ਼ ਇਨ ਡਾਊਨਟਾਊਨ ਜਾਰਜ ਬਰਾਊਨ ਕਾਲਜ। ਉਹ ਦੱਸ ਰਹੀ ਸੀ ਕਿ ਉਹਨਾਂ ਨੂੰ ਰਾਸ਼ਨ ਵੀ ਦੇ ਰਹੇ ਉੱਥੇ। I was really surprised. ਕੋਈ ਏਜੰਸੀ ਜਿਹੜੀ ਹੈ, ਨਵੇਂ ਸਟੂਡੈਂਟ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਆ, ਉਹਨਾਂ ਨੂੰ ਮਤਲਬ ਰਾਸ਼ਨ ਜਿਹੜਾ ਹੈ ਬੱਚਿਆਂ ਨੂੰ ਜਿਹੜਾ ਹੈ ਉਹ ਦੇ ਰਿਹਾ, ਵਿਚ ਇਜ਼ ਗੁੱਡ। ਮਤਲਬ ਸਪੋਰਟ ਏਜੰਸੀਜ਼ ਹੈਗੀਆਂ ਨੇ, ਲੇਕਿਨ ਸਰ ਸਪੋਰਟ ਦੇ ਸਹਾਰੇ ਕੋਈ ਬੰਦਾ ਇਸ ਉਮੀਦ 'ਚ ਨਹੀਂ ਹੈ ਕਿ ਮੈਂ ਇੱਥੇ ਸਪੋਰਟ ਲੈਣੀ ਹੈ। ਹਰ ਬੰਦਾ ਇਸ ਉਮੀਦ 'ਚ ਆਇਆ ਕਿ ਉਹਦਾ ਨਾਰਥ ਅਮਰੀਕਨ ਡਰੀਮ ਹੈਗਾ ਆ, ਉਹ ਆਪਣੇ ਡਰੀਮਸ ਨੂੰ ਪੂਰਾ ਕਰਨ ਆਇਆ। ਉਹ ਡਰੀਮਸ ਜਿਹੜੇ ਹੈ ਇਸ ਟਾਈਮ ਲੱਗਦਾ ਸਰ ਕਿ ਲੰਬੇ ਟਾਈਮ ਬਾਅਦ ਪੂਰੇ ਹੋਣਗੇ। ਜਿਹੜੇ ਅੱਜ ਤੋਂ 20-30 ਸਾਲ ਪਹਿਲਾਂ 6 ਮਹੀਨੇ ਸਾਲ 2 ਸਾਲ ਤੁਹਾਨੂੰ ਉਮੀਦ ਦੀ ਕਿਰਨ ਨਜ਼ਰ ਆਉਂਦੀ ਸੀ, ਵੀ ਲੱਗਦਾ ਸੀ ਮੇਰੇ ਛੇਤੀ ਹੋ ਜਾਣਗੇ, ਉਹ ਲੰਬੇ ਟਾਈਮ 'ਚ ਹੋਣਗੇ ਸਰ। ਅੱਛਾ, ਚਰਨਜੀਤ ਪੁੱਛ ਰਹੇ ਨੇ, ਚਰਨਜੀਤ ਸਿੰਘ ਕਿ AMC ਸ਼ੇਅਰ ਬਾਰੇ ਪੁੱਛ ਰਿਹਾ। AMC I do not know much about. AMC must be doing okay ਕਿਉਂਕਿ ਕੋਵਿਡ ਦੇ ਅੰਦਰ ਮਾੜਾ ਹਾਲ ਸੀਗਾ। I have no idea sir. ਕੁਛ ਚੰਗੇ ETF ਸਟਾਕ ਬਾਰੇ ਦੱਸੋ ਜੀ ਕਹਿੰਦੇ। ਦੇਖੋ ਸਰ, ETF ਵੀ ਮੈਂ ਤੁਹਾਨੂੰ ਦੱਸਦਾ, ETF ਯੂ ਕੈਨ ਬਾਏ ਜਿੱਦਾਂ ਕੈਨੇਡੀਅਨ ਬੈਂਕਸ ਦੀ ਜਾਂ ਫਾਈਨੈਂਸ਼ੀਅਲਸ ਦੀ ETF ਹੈ, ਦੋਜ਼ ਆਰ ਗੁੱਡ ETF। ਟੈਕਨੋਲੋਜੀ ਦੇ ਅੰਦਰ ਖਾਸ ਤੌਰ 'ਤੇ AI ਦੇ ਅੰਦਰ ਦੇ ਆਰ ਗੁੱਡ ETFs। ਪਰ ETF 'ਚ ਮੈਂ ਦੱਸਦੇ ਹਾਂ ਸਰ, ਇਟਸ ਨਾਟ ਗੋਇੰਗ ਟੂ ਮੇਕ ਯੂ ਮਨੀ ਇਨ ਲੌਂਗ ਰਨ। ETF ਜੇ ਤੁਸੀਂ ਮੰਨ ਲਓ ਅੱਜ ਟੈਕਨੋਲੋਜੀ ਦਾ ETF ਲੈ ਲਿਆ, ਠੀਕ ਹੈ, ਉਹਦੇ ਅੰਦਰ ETF ਦੇ ਅੰਦਰ ਕੀ ਹੈ, ਐਕਸਚੇਂਜ ਟ੍ਰੇਡਡ ਫੰਡ ਹੈ, ਉਹਦੇ ਅੰਦਰ ਪੈਸਿਵ ਇਨਵੈਸਟਮੈਂਟ ਹੈ। ਤੁਸੀਂ ਲੈ ਲਏ, ਉਹਨਾਂ ਨੇ 50 ਕੰਪਨੀਆਂ ਦੇ ਸ਼ੇਅਰ ਲਏ ਹੋਏ ਆ, ਮੰਨ ਲਓ ਐਪਲ, ਐਮਾਜ਼ੋਨ, ਗੂਗਲ ਜਾਂ ਟੈਸਲਾ। ਜਾਂ ਹੁਣ ਜੇ ਤੁਸੀਂ ਇਹਦੇ ਅੰਦਰ ਹੀ ਦੇਖੋਗੇ, ਟੈਸਲਾ ਕੰਪਨੀ ਦਾ ਸ਼ੇਅਰ ਇਸ ਸਾਲ ਲਾਸਟ ਮੰਥ ਹੈਜ਼ ਗੋਨ ਡਾਊਨ 26%। ਐਪਲ ਕੰਪਨੀ ਦਾ ਸ਼ੇਅਰ ਡਾਊਨ ਹੈਗਾ ਆ। ਸੋ ਤੁਸੀਂ ਆਪਣੇ ਵੱਲੋਂ ਬਹੁਤ ਵਧੀਆ ਟੈਕਨੋਲੋਜੀ ਦੇ ਸ਼ੇਅਰ ਲਏ ਹੋਏ ਆ, ਲੇਕਿਨ ਜੇ ਉਹਨੂੰ ਐਕਚੁਅਲੀ ਮੈਨੇਜ ਨਹੀਂ ਕੀਤਾ ਜਾਂਦਾ, ਦੈਨ ਯੂ ਮੇ ਨਾਟ ਮੇਕ ਅ ਬਿਗ ਅਮਾਊਂਟ ਆਫ ਮਨੀ। ਕਿਉਂਕਿ ਇਹਦੇ ਅੰਦਰ ਜਿਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਹੁਣ 2 ਕੰਪਨੀਆਂ ਚੰਗੀਆਂ ਨਹੀਂ ਚੱਲ ਰਹੀਆਂ, ਸੋ ਇਟ ਹੈਜ਼ ਟੂ ਬੀ ਪ੍ਰੋਐਕਟਿਵਲੀ ਮੈਨੇਜ। ਵੀ ਇਹ 2 ਕੰਪਨੀਆਂ ਨੂੰ ਬਾਹਰ ਕੱਢ ਕੇ ਤੁਸੀਂ ਹੋਰ ਨਵੀਂ ਕੰਪਨੀ ਦੇ ਕਿਸੇ ਸ਼ੇਅਰ ਲੈ ਕੇ ਆਉਂਦੇ ਆ। ਸੋ ਉਹ ETF ਲੋਕ ਤਾਂ ਲੈਂਦੇ ਆ ਕਿ ਇਹਦੇ ਅੰਦਰ ਤੁਹਾਡੀ ਜਿਹੜੀ ਮੈਨੇਜਮੈਂਟ ਫੀ ਹੈ ਬੜੀ ਘੱਟ ਹੁੰਦੀ ਆ, ਹਾਰਡਲੀ 0.3% ਜਾਂ 0.5 ਔਰ 0.6% ਹੁੰਦੀ ਹੈ। ਔਰ ਮਿਊਚੁਅਲ ਫੰਡਸ ਦੇ ਅੰਦਰ ਜਿਹੜੀ ਹੈ ਉਹ 2-2.5% ਹੁੰਦੀ ਹੈ, ਠੀਕ ਹੈ। ਬਟ ਸਟਾਕਸ ਦੀ ਹਰ ਕਿਸੇ ਨੂੰ ਨੌਲੇਜ ਨਹੀਂ ਹੁੰਦੀ। ਡੈਫੀਨੇਟਲੀ ETF ਇਜ਼ ਅ ਗੁੱਡ ਚੋਇਸ ਟੂ ਸਟਾਰਟ ਵਿਦ, ਬਟ ਇਫ ਯੂ ਲੁਕਿੰਗ ਫॉर ਲੌਂਗ ਰਨ, then you need to manage actually or hire a financial advisor who will manage ਆਪਾਂ ਲਾਸਟ ਐਡਵਾਈਸ ਲਈਏ ਪਰਸਨਲ ਫਾਈਨੈਂਸਿਸ ਤੋਂ ਪਹਿਲਾਂ, ਸ਼ੋਪੀਫਾਈ ਅਤੇ AMD ਸਟਾਕਸ ਬਾਰੇ ਕੁਐਸਚਨ ਨੇ ਦੋ। Shopify ਸਰ ਇੱਥੋਂ ਦੀ ਟੈਕਨੋਲੋਜੀ ਦੀ ਕੰਪਨੀ ਹੈ, ਥੋੜਾ ਡਿੱਗਿਆ ਹੈ ਦਾ ਸ਼ੇਅਰ। Shopify has done very well in last year and looks like it's gonna continue to do good। ਔਰ AMD ਜਿਹੜੀ ਹੈ ਚਿਪਸ ਮੇਕਿੰਗ ਦੀ ਕੰਪਨੀ ਹੈਗੀ ਹੈ, ਕੰਪੇਅਰ ਟੂ NVIDIA ਇਹਦੀ ਇੰਨੀ ਗਰੋਥ ਨਹੀਂ ਹੈਗੀ ਹੈ। ਬਟ AMD ਇਜ਼ ਆਲਸੋ ਗਿਵਿੰਗ ਚੈਲੰਜਸ ਟੂ ਕੰਪਨੀ ਲਾਈਕ NVIDIA, ਜਿਹਦੇ ਅੰਦਰ ਕੀ ਸਫਿਸਟੀਕੇਟਡ ਜਿਹੜੇ ਚਿਪਸ ਜਿਹੜੇ ਆ ਉਹ ਬਣਾਉਣਗੇ। ਲੇਕਿਨ ਮੈਂ ਹਮੇਸ਼ਾ ਕਹਿੰਦਾ ਜੀ ਕਿ ਜਿਸ ਤਰ੍ਹਾਂ ਤੁਸੀਂ ਜਦੋਂ ਵੀ ਇਨਵੈਸਟਮੈਂਟ ਕਰਦੇ ਆ, ਡੂ ਨਾਟ ਇਨਵੈਸਟ ਓਨਲੀ ਇਨ ਵਨ ਸੈਕਟਰ,
ਡਾਇਵਰਸੀਫਾਈ ਕਰਕੇ ਰੱਖੋ 10 ਅਲੱਗ-ਅਲੱਗ ਸੈਕਟਰ ਦੇ ਅੰਦਰ। ਠੀਕ ਹੈ, ਟੈਕਨੋਲੋਜੀ ਸ਼ੁੱਡ ਬੀ ਹੈਵੀਲੀ ਵੇਟਡ, ਬਟ ਡੂ ਨਾਟ ਇਗਨੋਰ ਫਾਈਨੈਂਸ, ਡੂ ਨਾਟ ਇਗਨੋਰ ਅਦਰ ਸੈਕਟਰਸ ਆਲਸੋ। ਐਟ ਦ ਸੇਮ ਟਾਈਮ ਜੋਗ੍ਰਾਫਿਕਲ ਫੈਕਟਰ ਵੀ ਦੇਖੋ। ਚਾਈਨਾ ਤੁਹਾਨੂੰ ਦੱਸਿਆ ਵੀ ਬੀਟਨ ਡਾਊਨ ਹੈ। ਚਾਈਨਾ may come out with a big stimulus package, or Chinese stocks may do better in the latter half of the year। और फिर ਤੁਸੀਂ evaluation ਦੇਖੋ, evaluation ਵੀ ਤੁਸੀਂ ਦੇਖੋ ਵੀ ਕੰਪਨੀ ਇੱਕ ਜਿਹੜੀ ਹੈਗੀ ਆ ਉਹਦਾ ਸ਼ੇਅਰ ਕੋਈ ਕਹ ਲਓ I'll give you an example, ਜਿਸ ਤਰ੍ਹਾਂ evaluation ਚਾਹੇ ਮਾਈਕਰੋਸਾਫਟ ਹੈ, ਚਾਹੇ ਉਹ ਮੈਟਾ ਹੈ। ਸੋ ਹੁਣ ਮੈਟਾ ਵਰਗੀ ਕੰਪਨੀ ਹੈ, ਮੈਟਾ ਦਾ ਸ਼ੇਅਰ ਅੱਜ $450 ਤੇ ਖੋਲ੍ਹਣਾ ਹੈ, 50 ਸੈਂਟ ਸਿਰਫ ਪ੍ਰੋਫਿਟ ਹੈਗਾ ਉਹਦਾ। ਠੀਕ ਹੈ ਨਾ। ਸੋ ਯੂ ਹੈਵ ਟੂ ਸੀ ਕਿ ਉਹਦੀ ਇਵੈਲਿਊਸ਼ਨ ਵੀ ਕਿੰਨੀ ਹੈਗੀ ਹੈ। ਜਿਹੜਾ ਫੀਅਰ ਫੈਕਟਰ ਵੀ ਤੁਸੀਂ ਦੇਖੋ, cost comparison factor देखो, the Chinese company like Baidu is maybe a good buy। Baidu the profit earning ratio is very low, 10% ਤੇ ਹੈਗੀ ਆ। ਇੱਥੋਂ ਦੀ ਕੰਪਨੀਆਂ ਤੁਸੀਂ 80% ਤੇ ਤੁਸੀਂ ਜਿਹੜੀ ਉਹ ਪੀ ਲੈਂਦੇ ਆ। there are so many other factors also you should look at it। ਕੁਐਸਚਨ ਹੈ ਜੀ, ਪਰਸਨਲ ਫਾਈਨੈਂਸਿਸ ਵਾਲਾ ਪਾਰਟ ਵੀ ਇਹਦੇ ਨਾਲ ਕਵਰ ਹੋ ਸਕਦਾ। ਜੀ ਪੁੱਛ ਰਹੇ ਨੇ ਕਿ is this a good time to invest in market through TFS's 5 year or more? देखो जी, ਤੁਹਾਡੇ ਕੋਲ 5 year time horizon ਹੈ, definitely you'll make a good money। ਔਰ ਟੈਕਸ ਫ੍ਰੀ ਸੇਵਿੰਗ ਅਕਾਊਂਟ ਤਾਂ ਮੈਂ ਇਹਨੂੰ ਕਹਿੰਦਾ ਜੀ ਟੋਟਲੀ ਫੈਂਟਾਸਟਿਕ ਸੇਵਿੰਗ ਅਕਾਊਂਟ, ਦੈਟਸ ਦ ਬੈਸਟ ਇਨਵੈਸਟਮੈਂਟ ਵਾਹੀਕਲ। ਲੇਕਿਨ ਜੇ ਤੁਸੀਂ ਘਰ ਨਹੀਂ ਲਿਆ ਦੈਨ FHS ਸ਼ੁੱਡ ਬੀ ਯੋਰ ਫਸਟ ਚੋਇਸ। ਔਰ ਫਸਟ ਹੋਮ ਸੇਵਿੰਗ ਅਕਾਊਂਟ ਦੇ ਅੰਦਰ ਵੀ ਤੁਸੀਂ ਸਟਾਕਸ ਬਾਏ ਕਰ ਸਕਦੇ ਹੈ। ਔਰ ਸੈਕੰਡ ਯੋਰ RSP ਓਨਲੀ ਜੇ ਤੁਸੀਂ ਹਲੇ ਘਰ ਨਹੀਂ ਲਿਆ ਦੈਨ ਅੰਡਰ ਫਸਟ ਹੋਮ ਬਾਇਰ ਪਲਾਨ ਯੂ ਕੈਨ ਆਲਸੋ ਵਿਦਡਰਾ ਅਪ ਟੂ $35,000। ਔਰ ਸਪਾਊਸਲ RSP ਬਾਰੇ ਮੈਂ ਕਹਾਂਗਾ ਜੀ, ਸਾਡੀ ਕਮਿਊਨਿਟੀ 'ਚ ਬਹੁਤ ਘੱਟ ਜਾਣਕਾਰੀ ਹੈਗੀ ਆ। ਔਰ ਸਾਡੀ ਕਮਿਊਨਿਟੀ ਦੇ ਅੰਦਰ ਹੀ ਮੋਸਟਲੀ ਡਿਸਪੈਰਿਟੀ ਆਫ ਇਨਕਮ ਹੈ, ਗੋਰਿਆਂ ਮੱਕੜ ਨਹੀਂ ਹੈ। ਸਾਡੀ ਮੋਸਟਲੀ ਜੋ ਗੱਲ ਕਰੋਗੇ, ਕੋਈ ਟਰੱਕ ਡਰਾਈਵਰ ਹੈ ਜਾਂ ਕੋਈ ਹੋਰ ਹੈ, ਉਹ 70-80 ਹਜ਼ਾਰ ਕਮਾਉਂਦਾ ਆ, ਲੇਕਿਨ ਵਾਈਫ ਜਿਹੜੀ ਆ ਉਹ ਕੋਈ ਛੋਟੀ ਜੌਬ ਕਰਦੀ ਹੈ, 25-30 ਹਜ਼ਾਰ ਕਮਾਉਂਦੀ ਹੈ। ਸੋ ਇਨ ਦੈਟ ਕੇਸ ਸਪਾਊਸਲ RSP ਇਜ਼ ਡੈਫੀਨੇਟਲੀ ਅ ਬੈਟਰ ਚੋਇਸ ਦੈਟ ਗਿਵਜ਼ ਯੂ ਅ ਟੂਲ ਫॉर ਇਨਕਮ ਸਪਲਿਟਿੰਗ ਔਰ ਇਨਕਮ ਟੈਕਸ ਨੂੰ ਘਟਾਉਣ ਦੀ ਵਜ੍ਹਾ ਦਿੰਦੀ ਹੈ। ਪਰ ਹਮੇਸ਼ਾ ਮੈਂ ਕਹਿੰਦਾ ਜੀ RSP ਜਾਂ ਕੋਈ ਵੀ ਜਿਹੜਾ ਤੁਹਾਡਾ ਇਨਵੈਸਟਮੈਂਟ ਹੈ, ਡੂ ਨਾਟ ਜਸਟ ਐਂਟਰ ਐਂਡ ਲੁੱਕ ਫॉर ਐਗਜ਼ਿਟ ਸਟ੍ਰੈਟਜੀ ਆਲਸੋ। ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਕੋਈ 40-50 ਸਾਲ ਦੀ ਉਮਰ 'ਤੇ ਆਏ ਹੈ ਜੋ RSP 'ਚ ਪਾਉਂਦੇ ਆ ਪੈਸੇ, ਦੇਅਰ ਜਿਹੜੀ ਪੈਨਸ਼ਨ ਹੈ ਮੇ ਬੀ ਇਫੈਕਟਡ ਬਿਕਾਜ਼ ਆਫ ਦੀ RSP ਵਿਡਰੋਲ। ਸੋ ਇਸ ਕਰਕੇ ਇਸ ਨਾਟ ਕਿ ਤੁਸੀਂ ਇਹ ਕਹਿਤਾ ਤਾਂ ਆ ਹੀ ਹੋਣਾ ਹੈ। ਦੇਰ ਸੋ ਮੈਨੀ ਅਦਰ ਫੈਕਟਰਸ ਆਲਸੋ। ਤੁਸੀਂ ਰਿਟਾਇਰ ਕਦੋਂ ਹੋਣਾ, ਤੁਹਾਡੀ ਵਾਈਫ ਨੇ ਕਦੋਂ ਰਿਟਾਇਰ ਹੋਣਾ, ਕਿੰਨੀ ਤੁਹਾਨੂੰ ਇਨਕਮ ਚਾਹੀਦੀ ਹੈ, RSP 'ਚ ਪੈਸੇ ਤੁਸੀਂ ਕਦੋਂ ਕਢਾਉਣੇ ਆ, ਹੁਣ ਕਿੰਨੀ ਟੈਕਸ ਬ੍ਰੈਕਟ 'ਚ ਹੈ, ਬਾਅਦ 'ਚ ਕਿੰਨੇ ਟੈਕਸ ਬ੍ਰੈਕਟ 'ਚ ਹੈ। ਹੋ ਸਕਦਾ ਇਟ ਮੇ ਬੀ ਬੈਟਰ ਕਿ ਤੁਸੀਂ RSP ਨਾ ਹੀ ਲਓ। ਠੀਕ ਹੈ, ਪੇ ਕਰ ਦਿਓ ਟੈਕਸ, ਹੋ ਜ਼ਿਆਦਾ ਚੰਗਾ ਆ, ਬਜਾਏ ਕਿ ਅੱਗੇ ਜਾ ਕੇ ਤੁਹਾਡੀ ਪੈਨਸ਼ਨ ਘਟੇ। ਸੋ ਦੇਰ ਆਰ ਸੋ ਮੈਨੀ ਅਦਰ ਫੈਕਟਰਸ ਵਿਚ ਸ਼ੁੱਡ ਲੁੱਕ ਇਨ ਟੂ ਦਿਸ ਦੈਟ you can sit down with any financial advisor who can design a financial plan, whether it's a retirement planning or tax planning or investment planning, who can design a plan based on a budget। ਔਰ ਤੁਹਾਡਾ ਜਿਹੜਾ ਰਿਸਕ ਫੈਕਟਰ ਹੈ, ਇਹ ਰਿਸਕ ਫੈਕਟਰ ਵੀ ਬੜੀ ਵੱਡੀ ਗੱਲ ਹੈ ਸਰ। ਹੁਣ ਤਾਂ ਜਦੋਂ ਹਵਾ ਚੱਲ ਰਹੀ ਹੁੰਦੀ ਨਾ ਸਰ, ਲੋਕੀ ਛਾਲਾਂ ਮਾਰਦੇ ਆ ਵੀ ਉਹ ਵਧੀਆ, ਜਦੋਂ ਇਹ ਡਿੱਗਦੇ ਆ ਨਾ ਸਰ, ਫਿਰ ਤਾਸ਼ ਦੇ ਪੱਤੇ ਤਰ੍ਹਾਂ ਡਿੱਗਦੇ ਆ। ਸਟਾਕ ਮਾਰਕੀਟ ਬਾਰੇ ਇੱਕ ਬੜੀ ਵੱਡੀ ਕਹਾਵਤ ਹੈ ਸਰ, ਇਟ ਗੋਜ਼ ਅਪ ਲਾਈਕ ਐਨ ਐਸਕੇਲੇਟਰ ਬਟ ਕਮਸ ਡਾਊਨ ਲਾਈਕ ਐਨ ਐਲੀਵੇਟਰ। ਤੇ ਇੱਕਦਮ ਤੂੰ ਥੱਲੇ ਡਿੱਗ ਤੇ ਫਿਰ ਜਿਹੜੇ ਆ ਉਹ ਫਿਰ ਇੱਕਦਮ ਝਟਕਾ ਵੀ ਨਹੀਂ ਕਈ ਸਾਹ ਪਾਉਂਦੇ। ਸੋ ਯੂ ਹੈਵ ਟੂ ਬੀ ਵੈਰੀ ਕੇਅਰਫੁਲ। ਦੇਖਾ ਦੇਖੀ ਜਿਹੜੀ ਹੈ ਜੀ ਕੰਮ ਕੀਤੇ ਜਾਂਦੇ ਨਾ, ਉਹ ਵੀ ਬਹੁਤ ਨੁਕਸਾਨ ਕਰਦੇ। ਜੀ ਸਰ। ਤੇ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ। ਥੈਂਕ ਯੂ।